ਗੁਆਂਢੀਆਂ ਦੀ ਕੁੜੀ ਜਦੋਂ ਵੀ ਸਾਡੇ ਘਰ ਆਉਂਦੀ ਸੀ, ਅੰਮੀ ਕਹਿੰਦੇ ਜਾ ਬਾਜੀ ਆਈ ਆ, ਦਰਵਾਜ਼ਾ ਖੋਲ, ਜਾ ਬਾਜੀ ਨੂੰ ਫਰਿੱਜ 'ਚੋਂ ਬਰਫ਼ ਕੱਢ ਦੇ। ਜਵਾਨ ਕਹਿੰਦਾ ਮੇਰੇ ਜ਼ਿਹਨ 'ਚ ਆਈਂਦੀ ਕੋਈ ਗੱਲ ਨਹੀਂ ਸੀ ਨਾ, ਮੈਂ ਉਹਨੂੰ ਕਦੇ ਬਾਜੀ ਆਖੇ, ਬੇਸ਼ੱਕ ਮੇਰੇ ਨਾਲ ਉਮਰ 'ਚ ਵੱਡੀ ਸੀ ਲੇਕਿਨ ਮੈਂ ਉਹਨੂੰ ਪਿਆਰ ਕਰਦਾ, ਕਦੇ ਇਜ਼ਹਾਰ ਕਰਨ ਦਾ ਮੌਕਾ ਨਹੀਂ ਮਿਲਿਆ। ਜਦੋਂ ਵੀ ਉਹ ਸਾਡੇ ਘਰ ਆਈ ਹੈ ਜਾਂ ਅੰਮੀ ਘਰ ਹੁੰਦੇ ਨੇ ਜਾਂ ਅੱਬੂ ਘਰ ਨੇ, ਉਹ ਆਉਂਦੀ ਉਸੇ ਟਾਈਮ ਸੀ। ਕਹਿੰਦਾ ਇੰਨੇ ਫਿੱਟ ਉਹਨੇ ਕੱਪੜੇ ਪਾਏ ਹੁੰਦੇ, ਦਿਲ ਮੇਰਾ ਕਹਿੰਦਾ ਕਿ ਫਟਾਫਟ ਉਹਨੂੰ ਮੈਂ ਕਲਾਵਾ ਮਾਰ ਲਾ। ਕਹਿੰਦਾ ਬੜੀ ਵਾਰੀ ਉਹਨੂੰ ਮੈਂ ਸਕੂਲੋਂ ਲੈ ਕੇ ਵੀ ਆਇਆ, ਛੱਡ ਕੇ ਵੀ ਆਇਆ, ਲੇਕਿਨ ਦਿਲ 'ਚ ਸੋਚਦਾ ਰਹਿਣਾ ਹੁਣ ਇਹਦੇ ਨਾਲ ਗੱਲ ਕਰਾਂਗਾ, ਹੁਣ ਇਹਦੇ ਨਾਲ ਗੱਲ ਕਰਾਂਗਾ। ਕਹਿੰਦਾ ਹਿੰਮਤ ਹੀ ਨਹੀਂ ਸੀ ਪੈਂਦੀ। ਕਹਿੰਦਾ ਜਦੋਂ ਉਹਨਾਂ ਦੇ ਘਰ ਜਾਂਦਾ ਸਾਂ ਜਾਂ ਹਾਲਾ ਘਰ ਹੁੰਦੀ ਜਾਂ ਚਾਚਾ ਘਰ ਹੁੰਦਾ, ਹਾਲੀ ਉਹਨੂੰ ਕੋਈ ਚੀਜ਼ ਫੜਾਣੀ ਹੈ, ਕਹਿੰਦਾ ਜਦੋਂ ਵੀ ਹੱਥ ਟੱਚ ਹੁੰਦਾ ਤੇ ਬੜੀ ਮੈਨੂੰ ਕਰੰਟ ਲੱਗਦੀ ਸੀ। ਕਹਿੰਦਾ ਕਦੇ ਨਹੀਂ ਸੋਚਿਆ ਕਿ ਇਤਨਾ ਪਿਆਰ ਮੈਨੂੰ ਹੋ ਜਾਏਗਾ। ਕਹਿੰਦਾ ਸੋਚਦਾ ਕਿਸੇ ਦਿਨ ਤੇ ਮੌਕਾ ਮੈਨੂੰ ਮਿਲੇਗਾ। ਕਹਿੰਦਾ ਯਾਰ ਨੂੰ ਵੀ ਬਾਹਰ 'ਚ ਗਲੀ ਦੱਸਿਆ ਕਿ ਧਿਆਨ ਰੱਖਿਆ ਕਰ ਇਹਦੇ ਵੱਲ ਕੋਈ ਹੋਰ ਨਾ ਦੇਖੇ। ਕਹਿੰਦਾ ਉਹ ਵੀ ਮੇਰਾ ਸਾਥ ਦਿੰਦਾ। ਗਲੀ 'ਚ ਅਸੀਂ ਦੋਵੇਂ ਬਾਹਰ ਫਿਰਦੇ ਰਹਿੰਦੇ ਸਾਂ ਸਿਰਫ ਉਹਦੇ ਵਾਸਤੇ, ਉਹਦਾ ਦੀਦਾਰ ਕਰਨ ਵਾਸਤੇ। ਕਹਿੰਦਾ ਇੱਕ ਦਿਨ ਅੰਮੀ ਮੈਨੂੰ ਕਹਿੰਦੇ ਕਿ ਪੁੱਤਰ ਸੁਬਾ ਮੈਂ ਸ਼ਾਦੀ ਤੇ ਜਾਣਾ ਤੇ ਤੇਰੀ ਹਾਲਾ ਨੇ ਵੀ ਜਾਣਾ, ਤੇ ਤੂੰ ਇੰਜ ਕਰੀ ਘਰ ਆਂਡੀ ਬਣੀ ਹੋਵੇਗੀ ਤੇ ਤੂੰ ਜਿਹੜਾ ਰੋਟੀਆਂ ਜਾ ਕੇ ਬਾਜੀ ਕੋਲ ਬਣਵਾ ਲਈ। ਕਹਿੰਦਾ ਮੈਂ ਕਿਹਾ ਠੀਕ ਹੈ ਅੰਮੀ। ਕਹਿੰਦਾ ਪੂਰੀ ਰਾਤ ਮੈਨੂੰ ਨੀਂਦਰ ਕੋਨ ਆਈ, ਸੁਬਾ ਉਹਦੇ ਨਾਲ ਇਹ ਗੱਲ ਕਰਾਂਗਾ, ਇਹ ਗੱਲ ਕਰਨੀ ਹੈ। ਕਹਿੰਦਾ ਹੁਣ ਤੇ ਪਿਆਰ ਦਾ ਇਜ਼ਹਾਰ ਉਹਦੇ ਨਾਲ ਕਰਕੇ ਛੱਡਣਾ ਹੈ। ਕਹਿੰਦਾ ਮੈਂ ਸੁਬਾ ਹੋਈ ਤੇ ਜਾ ਕੇ ਆਪਣੇ ਯਾਰ ਨੂੰ ਦੱਸਿਆ ਕਿ ਬਾਬਾ ਅੱਜ ਮੈਨੂੰ ਮੌਕਾ ਲੱਭ ਜਾਣਾ, ਕਿਉਂਕਿ ਅੱਜ ਜਿਹੜਾ ਅੰਮੀ ਨੇ ਜਾਣਾ ਸ਼ਾਦੀ ਤੇ, ਹਾਲਾ ਨੇ ਵੀ ਜਾਣਾ, ਚਾਚਾ ਤੇ ਉਂਝ ਹੀ ਦੁਕਾਨ ਤੇ ਹੁੰਦਾ। ਕਹਿੰਦਾ ਉਹ ਵੀ ਬੜਾ ਖੁਸ਼ ਹੈ, ਲੈ ਬਾਬਾ ਤੇਰੀ ਤੇ ਇਸ ਵਾਰੀ ਲੈਟਰੀ ਲੱਗ ਗਈ ਹੈ। ਕਹਿੰਦਾ ਮੈਂ ਘਰ ਸਾਂ, ਥੋੜੀ ਦੇਰ ਬਾਅਦ ਜਿਸੇ ਅੰਮੀ ਟੁਰ ਗਏ ਨੇ, ਕਹਿੰਦਾ ਮੈਂ ਫਟਾਫਟ ਆਟਾ ਫੜਿਆ ਤੇ ਉਹਨਾਂ ਦੇ ਘਰ ਗਿਆ, ਅੱਗੇ ਤੱਕਿਆ ਤੇ ਦਰਵਾਜ਼ੇ ਨੂੰ ਤਾਲਾ ਲੱਗਿਆ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਇਹ ਵੀ ਕਿਧਰੇ ਨਾਲ ਤੇ ਨਹੀਂ ਟੁਰ ਗਈ। ਕਹਿੰਦਾ ਮੈਂ ਇੱਕ ਵਾਰੀ ਇੱਧਰ ਚੱਕਰ ਲਾਇਆ, ਇੱਧਰ ਚੱਕਰ ਲਾਇਆ, ਦੋ ਤਰ੍ਹਾਂ ਘਰਾਂ 'ਚੋਂ ਪੁੱਛਿਆ ਲੇਕਿਨ ਕੋਈ ਨਾ ਪਤਾ ਲੱਗਾ ਕਿ ਕਿੱਥੇ ਹੈ। ਕਹਿੰਦਾ ਫਿਰ ਮੈਂ ਤੇ ਮੇਰਾ ਯਾਰ ਕਾਫੀ ਦੇਰ ਬਾਹਰ ਬੈਠੇ ਰਹੇ। ਕਹਿੰਦਾ ਫਿਰ ਜਿਸਲੇ ਅੰਦਰ ਆ ਗਿਆ, ਕਹਿੰਦਾ ਯਾਰ ਇਹ ਤੇ ਬੜਾ ਕੰਮ ਖਰਾਬ ਹੋ ਗਿਆ, ਮੈਂ ਤੇ ਸੋਚਿਆ ਉਹ ਘਰ ਹੋਵੇਗੀ, ਚਲੋ ਉਹਦੇ ਨਾਲ ਇਜ਼ਹਾਰ ਕਰਾਂਗਾ। ਕਹਿੰਦਾ ਯਾਰ ਜੂ ਹੀ ਬਾਹਰ ਨਿਕਲਾ, ਕਹਿੰਦਾ ਬਾਬਾ ਤਾਲਾ ਕੋਈ ਨਹੀਂ ਲੱਗਿਆ, ਲੱਗਦਾ ਉਹ ਆ ਗਈ ਆ। ਕਹਿੰਦਾ ਮੈਂ ਕਿਹਾ ਠੀਕ ਹੈ, ਮੈਂ ਜਾ ਕੇ ਦਰਵਾਜ਼ਾ ਖੜਕਾ ਕੇ ਪਤਾ ਕਰਨਾ। ਕਹਿੰਦਾ ਮੇਰਾ ਪੂਰਾ ਸਾਥ ਦਿੰਦਾ ਸੀ। ਕਹਿੰਦਾ ਮੈਂ ਜਾ ਕੇ ਦਰਵਾਜ਼ਾ ਖੜਕਾਇਆ ਤੇ ਆਈ। ਮੈਂ ਕਿਹਾ ਬਾਜੀ ਇਸ ਤਰ੍ਹਾਂ ਮੈਂ ਰੋਟੀਆਂ ਬਣਵਾਉਣੀਆਂ ਨੇ ਤੇ ਰੋਟੀਆਂ ਜਿਹੜੇ ਤੁਸੀਂ ਦੋ ਬਣਾ ਦਿਓ ਮੈਨੂੰ। ਕਹਿੰਦੇ ਹਾਲਾ ਮੈਂ ਬਣਾ ਦੇਣੀ ਆ, ਆਟਾ ਰੱਖ ਦੇ। ਕਹਿੰਦਾ ਆਟਾ ਉਹਨੇ ਫੜ ਕੇ ਅੰਦਰ ਲੈ ਗਈ। ਕਹਿੰਦਾ ਮੈਂ ਕਿਹਾ ਸੋਚਿਆ ਅੰਦਰ ਲੈ ਜਾਏਗੀ ਮੈਨੂੰ, ਕਹਿੰਦਾ ਲੇਕਿਨ ਉਹਨੇ ਅੰਦਰ ਕੋਨਾ ਖੜਿਆ। ਕਹਿੰਦਾ ਮੈਂ ਬਾਹਰ ਆ ਗਿਆ, ਯਾਰ ਮੇਰਾ ਕਹਿੰਦਾ ਬਾਬਾ ਤੂੰ ਅੰਦਰ ਕਿਉਂ ਨਹੀਂ ਗਿਆ, ਜਾ ਕੇ ਉਹਦੇ ਨਾਲ ਗੱਲ ਤੇ ਕਰਨੀ ਸੀ। ਕਹਿੰਦਾ ਯਾਰ ਮੈਂ ਗੱਲ ਕੀ ਕਰਨੀ ਸੀ, ਉਹਨੇ ਆਟਾ ਫੜ ਕੇ ਕਹਿੰਦੇ ਹਾਲਾ ਮੈਂ ਬਣਾ ਦਿਆਂਗੀ। ਕਹਿੰਦਾ ਫਿਰ ਤੂੰ ਇੰਝ ਕਰ, ਫਿਰ ਜਾ ਕੇ ਪਤਾ ਕਰ। ਕਹਿੰਦਾ ਫਿਰ ਜਾ ਕੇ ਮੈਂ ਦਰਵਾਜ਼ਾ ਖੜਕਾਇਆ, ਕਹਿੰਦੀ ਅੰਦਰ ਹੀ ਆ ਜਾ। ਕਹਿੰਦੇ ਮੈਂ ਨਹਾ ਲਵਾਂ ਤੇ ਫਿਰ ਤੈਨੂੰ ਰੋਟੀਆਂ ਬਣਾ ਦੇਣੀਆਂ। ਕਹਿੰਦਾ ਉਹਨੇ ਆਪਣੇ ਅੰਦਰੋਂ ਕੁੰਡੀ ਲਾ ਲਈ। ਕਹਿੰਦਾ ਮੈਂ ਜਾ ਕੇ ਉੱਥੇ ਮੰਜੀ ਤੇ ਬਹਿ ਰਿਹਾ। ਕਹਿੰਦਾ ਮੈਂ ਬੈਠਿਆ ਸਾਂ, ਜੂੰ ਹੀ ਉਹ ਗਈ ਤੋਲੀਆ ਸ਼ੋਲੀਆ ਕੋਈ ਨਹੀਂ ਉਹਨੇ ਖੜਿਆ। ਕਹਿੰਦਾ ਡਾਇਰੈਕਟ ਜਾ ਕੇ ਵਾਸ਼ਰੂਮ 'ਚ ਜਿਸਲੇ ਵੜੀ ਹੈ, ਕਹਿੰਦਾ ਕਾਫੀ ਦੇਰ ਉਹਨੇ ਲਾਈ ਤੇ ਮੇਰੇ ਦਿਲ 'ਚ ਜਿਹੜਾ ਨਾ ਬਾਰ-ਬਾਰ ਆਵੇ ਫਟਵਰ ਜਾ ਕੇ ਬਾਥਰੂਮ ਦਾ ਉਹਦਾ ਦਰਵਾਜ਼ਾ ਖੜਕਾਉਣਾ ਤੇ ਉਹਦੇ ਨਾਲ ਗੱਲ ਕਰਾਂ ਜਾ ਕੇ। ਕਹਿੰਦਾ ਬਹਰਹਾਲ ਮੈਨੂੰ ਹਿੰਮਤ ਕੋ ਨਾ ਪਵੇ। ਕਹਿੰਦਾ ਥੋੜੀ ਦੇਰ ਬਾਅਦ ਉਹਨੇ ਮੈਨੂੰ ਆਵਾਜ਼ ਦਿੱਤੀ, ਇਧਰ ਆ ਗੱਲ ਸੁਣ। ਕਹਿੰਦਾ ਮੈਂ ਜਿਸੇ ਕੋਲ ਗਿਆ, ਮੈਂ ਕਿਹਾ ਦੱਸੋ। ਕਹਿੰਦਾ ਮੇਰਾ ਤੋਲੀਆ ਮੈਂ ਭੁੱਲ ਗਈ, ਤੂੰ ਐ ਨਹੀਂ ਕਰ ਮੈਨੂੰ ਉੱਥੋਂ ਤੋਲੀਆ ਤੇ ਲਿਆ ਦੇ। ਕਹਿੰਦਾ ਮੈਂ ਅੰਦਰ ਗਿਆ, ਪੇਟੀਆਂ ਤੇ ਤੋਲੀਆ ਪਿਆ ਸੀ। ਕਹਿੰਦਾ ਮੈਂ ਤੋਲੀਆ ਲੈ ਕੇ ਆਇਆ, ਜਿਸੇ ਕਹਿੰਦਾ ਦਰਵਾਜ਼ਾ ਖੜਕਾ ਕੇ ਮੈਂ ਤੋਲੀਆ ਫੜਾਇਆ ਨਾ ਤੇ ਕਹਿੰਦਾ ਫਿਰ ਉਹਦਾ ਹੱਥ ਜਿਹੜਾ ਨਾ ਗਿੱਲਾ ਜਿਹੜਾ ਮੇਰੇ ਨਾਲ ਟੱਕਰਿਆ ਨਾ, ਕਹਿੰਦਾ ਮੈਨੂੰ ਐਂ ਲੱਗਦਾ ਕਿ ਮੈਂ ਉੱਥੇ ਹੀ ਬੇਹੋਸ਼ ਹੋਇਆ। ਕਹਿੰਦਾ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ ਇਸ ਤਰ੍ਹਾਂ। ਕਹਿੰਦਾ ਪਰ ਉਹਨੇ ਫਿਰ ਅੰਦਰੋਂ ਕੁੰਡੀ ਲਾ ਲਈ। ਕਹਿੰਦਾ ਮੈਂ ਹੁਣ ਸੋਚਾਂ ਕਿ ਚੰਗਾ ਭਲਾ ਮੌਕਾ ਜਿਹੜਾ ਮੈਂ ਹੱਥੋਂ ਕੱਢ ਦਿੱਤਾ। ਕਹਿੰਦਾ ਜਿਸਲੇ ਉਹ ਨਹਾ ਕੇ ਬਾਹਰ ਨਿਕਲੀ ਹੈ, ਕਹਿੰਦਾ ਮੈਂ ਕੋਸ਼ਿਸ਼ ਕੀਤੀ ਹੈ ਹੁਣ ਅੰਦਰ ਜਾਂਦੀ ਹੈ ਜਾਣੇ ਇਹਨੂੰ ਕਲਾਵਾ ਮਾਰ ਲੈਣਾ, ਜਿਹੜੀਆਂ ਜੁੱਤੀਆਂ ਪੈਣੀਆਂ ਨੇ ਪਈਆਂ ਪਵਣ, ਲੇਕਿਨ ਅੱਜ ਮੈਂ ਇਹਦੇ ਨਾਲ ਇਜ਼ਹਾਰ ਕਰਕੇ ਛੱਡਣਾ, ਜੋ ਮਰਜ਼ੀ ਹੋ ਜਾਏ, ਮੈਨੂੰ ਦੱਸਣਾ ਕਿ ਮੈਂ ਸ਼ਾਦੀ ਵੀ ਤੇਰੇ ਨਾਲ ਕਰਨੀ ਹੈ। ਕਹਿੰਦਾ ਜੂੰ ਹੀ ਉਹ ਅੰਦਰ ਗਿਆ, ਮੈਂ ਉੱਠ ਕੇ ਚੱਲਾਂ ਤੇ ਇੰਨੀ ਦੇਰ ਨੂੰ ਉਹਨਾਂ ਦਾ ਦਰਵਾਜ਼ਾ ਖੜਕ ਗਿਆ। ਕਹਿੰਦਾ ਜੂੰ ਹੀ ਦਰਵਾਜ਼ਾ ਖੜਕਿਆ, ਖੋਲਿਆ ਤੇ ਅੱਗੇ ਚਾਚੀ ਹੋਰੀ। ਕਹਿੰਦਾ ਚਾਚੀ ਵਾਲਾ ਤਾਂ ਕਿਉਂ ਤੂੰ ਪੁੱਤਰ ਕਿੱਧਰ? ਕਹਿੰਦਾ ਮੈਂ ਕਿਹਾ ਸਰ ਅੰਮਾਰੀ ਘਰ ਕੋ ਨਹੀਂ ਤੇ ਮੈਂ ਰੋਟੀਆਂ ਬਣਾਉਣ ਆਇਆ। ਕਹਿੰਦਾ ਅੱਗੋਂ ਫਿਰ ਮੈਂ 2-3 ਵਾਰੀ ਦੁਹਰਾਇਆ ਕਿ ਬਾਜੀ ਜਿਹੜੀ ਆ ਉਹ ਵਾਸ਼ਰੂਮ ਗਈ ਸੀ ਤੇ ਹੁਣ ਨਿਕਲੀ ਆ ਤੇ ਮੈਨੂੰ ਰੋਟੀਆਂ ਬਣਾ ਕੇ ਦੇਣ ਲਈ ਹੈ। ਕਹਿੰਦਾ ਉਹਨੇ ਮੇਰੇ ਵੱਲ ਤੱਕਿਆ ਤੇ ਪੁੱਤਰ ਤੂੰ ਆਟਾ ਦੇ ਕੇ ਟੁਰ ਜਾ। ਕਹਿੰਦਾ ਮੈਂ ਦਿੱਤਾ ਸੀ ਲੇਕਿਨ ਫਿਰ ਬਾਅਦ 'ਚ ਮੈਂ ਆ ਕੇ ਪਤਾ ਕੀਤਾ। ਕਹਿੰਦਾ ਬਹਰਹਾਲ ਉਹਨਾਂ ਨੇ ਨਾ ਕੋਈ ਨਾ ਇਤਨੀ ਗੱਲ ਕੀਤੀ। ਕਹਿੰਦਾ ਮੈਂ ਇਸ ਲਈ ਬਾਹਰ ਆਇਆ, ਯਾਰ ਮੇਰਾ ਆਖਦਾ ਕਿ ਸੁਣਾ ਕੰਮ ਬਣੀ। ਕਹਿੰਦਾ ਯਾਰ ਕੀ ਕੰਮ ਬਣਨਾ, ਕੋਈ ਗੱਲ ਨਹੀਂ ਬਣੀ, ਮੈਂ ਤੇ ਉਸੇ ਤਰ੍ਹਾਂ ਉਸ ਤਰ੍ਹਾਂ ਹੀ ਆ ਗਿਆ ਵਾਪਸ। ਕਹਿੰਦਾ ਜਾ ਯਾਰ ਤੂੰ ਵੀ ਨਕੰਮਾ ਹੀ ਹੈ, ਤੇਰੇ ਕੋਲ ਕੋਈ ਕੰਮ ਨਹੀਂ ਹੋਣਾ। ਕਹਿੰਦਾ ਬਹਰਹਾਲ ਮੈਂ ਬੜਾ ਵਿੱਚੋਂ ਪਰੇਸ਼ਾਨ ਹੈ ਕਿ ਯਾਰ ਹੁਣ ਕੀ ਕਰਾਂ। ਕਹਿੰਦਾ ਅਸੀਂ ਬਾਹਰ ਬਹਿ ਰਹੇ। ਕਹਿੰਦਾ ਥੋੜੀ ਦੇਰ ਬਾਅਦ ਜਿਹੜਾ ਚਾਚਾ ਉਹ ਨਿਕਲ ਕੇ ਜਿਹੜਾ ਨਾ ਟੁਰ ਗਿਆ। ਕਹਿੰਦਾ ਮੈਨੂੰ ਯਾਰ ਕਹਿੰਦਾ ਜਾ ਬਾਬਾ ਜਾ ਕੇ ਤੂੰ ਨਾ ਇੱਕ ਵਾਰੀ ਗੱਲ ਕਰ ਅੰਦਰ ਜਾ ਕੇ। ਕਹਿੰਦਾ ਮੈਂ ਕਿਹਾ ਹਾਲਾ ਮੈਂ ਜਾਣਾ। ਕਹਿੰਦਾ ਮੈਂ ਫਿਰ ਜਾ ਦਰਵਾਜ਼ਾ ਖੜਕਾਇਆ। ਕਹਿੰਦੇ ਆ ਦੱਸ ਕੇ। ਕਹਿੰਦਾ ਮੈਂ ਕਿਹਾ ਅੰਦਰ ਆ ਜਾ। ਕਹਿੰਦਾ ਅੰਦਰ ਆ ਜਾ। ਕਹਿੰਦਾ ਜਿਉਂ ਮੈਂ ਅੰਦਰ ਗਿਆ ਤੇ ਮੈਂ ਕਿਹਾ ਇਸ ਤਰ੍ਹਾਂ ਮੈਂ ਤੈਨੂੰ ਪਿਆਰ ਕਰਨਾ ਤੇ ਬਹੁਤ ਜ਼ਿਆਦਾ ਪਿਆਰ ਕਰਨਾ। ਕਹਿੰਦਾ ਮੈਂ ਫੁੱਟ ਉਹਨੂੰ ਕਲਾਵਾ ਮਾਰ ਲਿਆ। ਕਹਿੰਦਾ ਜਿਸ ਵੇਲੇ ਕਲਾਵਾ ਮਾਰਿਆ ਤੂੰ ਮੈਨੂੰ ਕਲਾਵਾ ਛਡਾਏ। ਕਹਿੰਦਾ ਮੈਂ ਕਿਹਾ ਨਹੀਂ ਮੈਂ ਨਹੀਂ ਤੈਨੂੰ ਛੱਡਣਾ, ਮੈਂ ਤੈਨੂੰ ਪਿਆਰ ਕਰਨਾ। ਉਹਨੇ ਕਿਹਾ ਪਿਆਰ ਤੂੰ ਮੈਨੂੰ ਕੀ ਕਰਨਾ, ਤੂੰ ਮੇਰੇ ਤੋਂ ਛੋਟੇ, ਇਸ ਵਾਸਤੇ ਮੇਰੇ ਭਰਾਵਾਂ ਆ ਰਹੇ, ਮੈਂ ਤੈਨੂੰ ਕਦੇ ਵੀ ਐਸੇ ਨਜ਼ਰ ਨਾਲ ਨਹੀਂ ਦੇਖਿਆ, ਤੂੰ ਮੈਨੂੰ ਛੱਡ ਦੇ। ਕਹਿੰਦਾ ਮੈਂ ਕੋ ਨਾ ਛੱਡਾਂ ਉਹਨੂੰ। ਮੈਂ ਕਿਹਾ ਮੈਂ ਤੇਰੇ ਨਾਲ ਪਿਆਰ ਕਰਨਾ। ਕਹਿੰਦਾ ਹਿੰਮਤ ਹੀ ਨਾ ਪਵੇ ਛੱਡਣ ਦੀ, ਦਿਲ ਕਰੇ ਕਿ ਇਹਦੇ ਨਾਲ ਹੀ ਚੁਮੁੱਟੇ
ਕੁੱਟਿਆ ਰਵਾਂ। ਕਹਿੰਦਾ ਪਰ ਉਹਨੇ ਮੈਨੂੰ ਛਡਾਇਆ ਤੇ ਮੈਨੂੰ ਗੁੱਸਾ ਕੀਤਾ। ਉਹਨੇ ਆਖਿਆ ਖਬਰਦਾਰ, ਨਹੀਂ ਤੇ ਮੈਂ ਤੇਰੀ ਅੰਮਾ ਨੂੰ ਵੀ ਦੱਸਾਂਗੀ ਤੇ ਆਪਣੇ ਅੱਬੂ ਨੂੰ ਵੀ ਦੱਸਾਂਗੀ ਤੂੰ ਜਿਹੜਾ ਅੱਜ ਹਰਕਤ ਕੀਤੀ ਹੈ। ਇਸ ਵਾਸਤੇ ਅੱਜ ਤੋਂ ਬਾਅਦ ਤੂੰ ਇਸ ਤਰ੍ਹਾਂ ਦਾ ਕੰਮ ਨਾ ਕਰੀ। ਉਹਨੇ ਆਖਿਆ ਤੂੰ ਜਿਹਨੂੰ ਮਰਜ਼ੀ ਦੱਸ, ਲੇਕਿਨ ਮੈਂ ਜਿਹੜਾ ਤੈਨੂੰ ਨਹੀਂ ਛੱਡਣਾ। ਕਹਿੰਦਾ ਬਹਰਹਾਲ ਨਾ ਉਹਨੇ ਮੈਨੂੰ ਬੜਾ ਗੁੱਸਾ ਕੀਤਾ, ਲੇਕਿਨ ਮੈਂ ਕਹਿੰਦਾ ਜਿਸ ਵੇਲੇ ਉਹਨੇ ਮੈਨੂੰ ਘਰੋਂ ਬਾਹਰ ਕੱਢਿਆ, ਯਾਰ ਮੇਰਾ ਕਹਿੰਦਾ ਸੁਣਾ ਕੀ ਬਣੀ। ਕਹਿੰਦਾ ਮੈਂ ਕਿਹਾ ਯਾਰ ਇਸ ਤਰ੍ਹਾਂ ਗੱਲ ਕੀਤੀ ਹੈ। ਉਹ ਕਹਿੰਦੀ ਮੈਂ ਤੇਰੇ ਨਾਲ ਪਿਆਰ ਸ਼ਿਆਰ ਕਿਉਂ ਨਹੀਂ ਕਰਦੀ। ਕਹਿੰਦਾ ਮੈਂ ਟੈਨਸ਼ਨ 'ਚ ਹੋ ਗਿਆ ਕਿ ਹੁਣ ਕੀ ਬਣੇਗਾ, ਮੈਂ ਤਾਂ ਇਹਦੇ ਬਗੈਰ ਰਹਿ ਹੀ ਨਹੀਂ ਸਕਦਾ। ਕਹਿੰਦਾ ਮੈਂ ਘਰੋਂ ਨਿਕਲਿਆ ਤੇ ਅਚਾਨਕ ਜਿਹੜਾ ਨਾ 2 ਮੁੰਡੇ ਆਏ, ਉਹਨਾਂ ਮੈਨੂੰ ਫੜ ਕੇ ਤੇ ਗੱਡੀ 'ਚ ਪਾ ਲਿਆ। ਕਹਿੰਦਾ ਜੋ ਹੀ ਗੱਡੀ 'ਚ ਪਾਇਆ ਤੇ ਮੈਨੂੰ ਪਤਾ ਹੀ ਨਾ ਮੈਂ ਕੁੱਦਾਂ। ਮੈਂ ਕਿਹਾ ਕੌਣ ਹੋ ਤੁਸੀਂ, ਕੌਣ ਹੋ। ਕਹਿੰਦਾ ਲੇਕਿਨ ਉਹਨਾਂ ਨੇ ਮੇਰੀ ਕੋਈ ਗੱਲ ਨਾ ਸੁਣੀ, ਗੱਡੀ 'ਚ ਪਾ ਕੇ ਤੇ ਮੈਨੂੰ ਲੈ ਕੇ ਨਿਕਲ ਗਏ। ਕਹਿੰਦਾ ਤਕਰੀਬਨ 4 ਦਿਨ ਉਹਨਾਂ ਬੰਦਿਆਂ ਨੇ ਮੈਨੂੰ ਉੱਥੇ ਰੱਖਿਆ। ਕਹਿੰਦਾ ਇਤਨਾ ਉਹਨਾਂ ਫੈਂਟਾ ਲਾਇਆ, ਭੁੱਖਿਆ ਰੱਖਿਆ ਉਹਨੂੰ। ਪਿੱਛੂ ਜਿਹੜਾ ਕਹਿੰਦਾ ਪਰੇਸ਼ਾਨ ਬੜੇ ਘਰ ਦੇ, ਕਿਉਂਕਿ ਇਕਲੌਤਾ ਪੁੱਤਰ ਸਾਂ ਮੈਂ ਉਹਨਾਂ ਦਾ। ਕਹਿੰਦਾ ਉਹ ਬੜੇ ਪਰੇਸ਼ਾਨ ਕਿ ਸਾਡਾ ਪੁੱਤਰ ਗਿਆ ਕਿੱਧਰ ਹੈ। ਕਹਿੰਦਾ ਉਹ ਕੁੜੀ ਜਿਹੜੀ ਆ ਉਹ ਆਪਣੀ ਜਗ੍ਹਾ ਤੇ ਟੈਨਸ਼ਨ 'ਚ ਹੀ ਕਿ ਸ਼ਾਇਦ ਇਹਨੇ ਮੇਰੇ ਨਾਲ ਇਜ਼ਹਾਰ ਕੀਤਾ ਪਿਆਰ ਦਾ, ਤੇ ਜਿਹੜਾ ਨਾ ਮੈਂ ਅੱਗੋਂ ਇਨਕਾਰ ਕੀਤਾ, ਇਸ ਵਜ੍ਹਾ ਤੂੰ ਜਾ ਕੇ ਕਿਰੇ ਖੁਦਕੁਸ਼ੀ ਨਾ ਕਰ ਲਈ ਹੋਵੇ। ਕਹਿੰਦਾ ਉਹਨੇ ਅੱਕ ਕੇ ਨਾ ਤੇ ਫਿਰ ਮੇਰੀ ਅੰਮਾ ਨੂੰ ਦੱਸੀ ਹੈ ਗੱਲ ਕਿ ਇਸ ਤਰ੍ਹਾਂ ਆਇਆ ਸਾਡੇ ਘਰ ਤੇ ਮੇਰੇ ਨਾਲ ਆ ਕੇ ਇਹ ਗੱਲ ਕੀਤੀ ਸੀ। ਮੈਂ ਅੱਗੋਂ ਗੁੱਸਾ ਕੀਤਾ ਕਿ ਤੂੰ ਮੇਰਾ ਛੋਟਾ ਭਰਾ ਹੈ, ਤੈਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ, ਤੂੰ ਮੇਰੇ ਨਾਲ ਇਹ ਗੱਲਾਂ ਨਾ ਕਰ। ਕਹਿੰਦਾ ਇਸ ਗੱਲ ਤੂੰ ਜਿਹੜਾ ਉਹ ਫਿਰ ਮੈਨੂੰ ਘਰੋਂ ਜ਼ਬਰਦਸਤੀ ਕੱਢਿਆ ਤੇ ਉਸ ਤੋਂ ਬਾਅਦ ਹੁਣ ਮੈਨੂੰ ਨਹੀਂ ਪਤਾ ਉਹ ਕਿੱਧਰ ਗਿਆ ਜਾਂ ਕਿੱਧਰ ਨਹੀਂ। ਕਹਿੰਦਾ ਅੱਛਾ ਪੁੱਤਰ ਚੱਲ ਸਹੀ ਹੈ। ਕਹਿੰਦਾ ਕੋਈ ਪੁਲਿਸ ਨੂੰ ਵੀ ਇਤਲਾਹ ਘਰਦਿਆਂ ਕਰ ਦਿੱਤੀ ਕਿ ਗਿਆ ਕਿੱਧਰ ਹੈ। ਕਹਿੰਦਾ ਢੂੰਡਦੇ ਰਹੇ ਸਾਰੇ ਕਿਰੇ ਮੈਨੂੰ। ਕਹਿੰਦਾ 4 ਦਿਨ ਬਾਅਦ ਜਿਸ ਵੇਲੇ ਮੈਨੂੰ ਸਹੀ ਮੇਰੀ ਹਾਲਤ ਬਿਲਕੁਲ ਕੋਨਾ ਟੁਰਨ ਜੋਗਾ ਮੈਂ ਕੋਈ ਨਹੀਂ ਸੀ ਰਿਹਾ। ਕਹਿੰਦਾ ਬਹਰਹਾਲ ਜਿਸ ਵੇਲੇ ਮੈਨੂੰ ਉੱਥੇ ਦਰਵਾਜ਼ੇ ਆ ਕੇ ਸੱਟੀ ਉਹਨੇ, ਕਹਿੰਦਾ ਦਰਵਾਜ਼ਾ ਜੋ ਘਰ ਹੈ ਮੈਨੂੰ ਤੱਕਿਆ ਤੇ ਉਹ ਪਿੱਟਣਾ ਸ਼ੁਰੂ ਹੋ ਗਏ। ਉਹ ਸਾਡੇ ਪੁੱਤਰ ਨਾਲ ਕੀ ਹੋਇਆ ਕੀ ਹੋਇਆ। ਕਹਿੰਦਾ ਬਹਰਹਾਲ ਮੈਨੂੰ ਜਿਸ ਵੇਲੇ ਘਰ ਅੰਦਰ ਖੜੀ ਉਹਨੇ ਜਾ ਕੇ ਅੱਬੂ ਵੀ ਪਰੇਸ਼ਾਨ, ਅੰਮਾ ਵੀ ਪਰੇਸ਼ਾਨ, ਇਕਲੌਤਾ ਉਹਨਾਂ ਦਾ ਪੁੱਤਰ ਸੀ। ਕਹਿੰਦਾ ਹਸਪਤਾਲ ਜਾ ਕੇ ਉਹਨਾਂ ਡਰਿਪਾਂ ਸ਼ਿਪਾਂ ਲਾਉਣ ਆਖਿਆ ਜੀ 4 ਦਿਨ ਇਹਨੂੰ ਭੁੱਖਿਆ ਰੱਖਿਆ ਗਿਆ। ਕਹਿੰਦਾ ਇਸ ਵਾਸਤੇ ਜਿਹੜਾ ਇਹਦੀ ਥੋੜੀ ਤਬੀਅਤ ਠੀਕ ਹੋ ਜਾਏਗੀ, ਤੁਸੀਂ ਘਬਰਾਓ ਨਾ ਵੀ। ਕਹਿੰਦਾ ਬਹਰਹਾਲ ਡਰਿਪਾਂ ਸ਼ਿਪਾਂ ਲਵਾ ਕੇ ਘਰ ਲੈ ਉਹਨਾਂ ਆਖਿਆ ਪੁੱਤਰ ਤੂੰ ਕਿਹੜਾ ਕੰਮ ਕੀਤਾ। ਕੁੜੀ ਨੇ ਸਾਨੂੰ ਦੱਸਿਆ ਕਿ ਤੂੰ ਇਹ ਕੰਮ ਕੀਤਾ। ਉਹਨੇ ਆਖਿਆ ਨਹੀਂ ਅੰਮੀ ਮੈਂ ਬਸ ਇਸ ਤਰ੍ਹਾਂ ਮੇਰੇ ਕੋਲ ਗਲਤੀ ਹੋ ਗਈ ਆ, ਆਇੰਦਾ ਮੈਂ ਨਹੀਂ ਕਰਾਂ। ਕਹਿੰਦਾ ਕਰਨਾ ਕਿੱਥੋਂ ਸੀ, ਜੋ ਮੇਰੀ ਸੂਰਤ ਹਾਲ ਹੋਈ ਸੀ। ਕਹਿੰਦਾ ਬਹਰਹਾਲ ਮੈਂ ਜਿਸ ਵੇਲੇ ਉਹ ਆਈ ਸਾਡੇ ਘਰ ਮੈਂ ਉਹਦੇ ਅੱਗੇ ਹੱਥ ਬੰਨੇ, ਮੈਂ ਕਿਹਾ ਬਾਜੀ ਅੱਜ ਤੋਂ ਬਾਅਦ ਮੈਂ ਤੇਰੇ ਵੱਲ ਤੱਕਣ ਵੀ ਨਹੀਂ ਲੱਗਾ। ਉਹਨੇ ਆਖਿਆ ਕਿਉਂ ਕੀ ਹੋਈ। ਉਹਨੇ ਆਖਿਆ ਜਿਸ ਦਿਨ ਤੂੰ ਪਿਆਰ ਕਰਨੀ ਜਾਂ ਤੇਰੇ ਨਾਲ ਮੁੰਡਾ ਪਿਆਰ ਕਰਦਾ ਨਾ, ਉਹਨੂੰ ਤੂੰ ਦੱਸਿਆ ਤੇ ਉਹ ਮੈਨੂੰ ਚੁੱਕ ਕੇ ਲੈ ਗਿਆ ਸੀ ਤੇ ਮੈਂ ਹੁਣ ਕਿਸੇ ਨੂੰ ਇਹ ਗੱਲ ਨਹੀਂ ਦੱਸੀ। ਮੈਂ ਤੇਰਾ ਪਰਦਾ ਪਾ ਲਿਆ, ਤੂੰ ਜਾਣ ਤੇ ਉਹ ਜਾਣੇ। ਕਹਿੰਦੇ ਉਹ ਕਹਿੰਦੇ ਤੇਰੀ ਮਿਹਰਬਾਨੀ, ਤੇਰਾ ਸ਼ੁਕਰੀਆ ਕਿ ਤੂੰ ਨਹੀਂ ਦੱਸਿਆ। ਕਹਿੰਦਾ ਬਹਰਹਾਲ ਕੋਈ ਤਕਰੀਬਨ ਮਹੀਨਾ ਵੀ ਨਹੀਂ ਗੁਜ਼ਰਿਆ ਜਿਹਨੂੰ ਮੈਂ ਬਾਜੀ ਕਹਿੰਦਾ ਗੁਆਂਢਣ, ਕਹਿੰਦਾ ਉਹ ਮੁੰਡੇ ਨਾਲ ਗਈ ਨਸ ਜਾ ਕੇ ਉੱਥੇ ਨਿਕਾਹ ਕੀਤਾ। ਕਹਿੰਦਾ ਉਹਨੇ ਨਿਕਾਹ ਕੀਤਾ, ਮੈਂ ਘਰਦਿਆਂ ਨੂੰ ਦੱਸਿਆ ਕਿ ਦੱਸੋ ਹਾਂ ਤੁਸੀਂ ਮੇਰੇ ਬਾਰੇ 'ਚ ਬਦਨਾਮੀਆਂ ਲਾਉਂਦੇ ਸੋ ਪਏ, ਲੇਕਿਨ ਉਹ ਤੱਕ ਉਹ ਪਹਿਲੇ ਹੀ ਖਰਾਬ ਹੋਈ ਇਸ ਤਰ੍ਹਾਂ, ਮੈਂ ਤਾਂ ਸਿਰਫ ਉਹਨੂੰ ਤੱਕ ਲਿਆ ਸੀ ਇਸ ਵਜ੍ਹਾ ਤੋਂ। ਕਹਿੰਦਾ ਮੈਂ ਗੱਲ ਗੋਲ ਕਰ ਗਿਆ ਕਿਉਂਕਿ ਮੇਰੀ ਬੇਇੱਜ਼ਤੀ ਜਿਹੜੀ ਆ ਉਹ ਖਤਮ ਨਹੀਂ ਸੀ ਹੋ ਰਹੀ। ਕਹਿੰਦਾ ਇਸ ਵਾਸਤੇ ਮੈਂ ਉਹਨਾਂ ਨੂੰ ਦੱਸਿਆ। ਕਹਿੰਦਾ ਉਹਨਾਂ ਵੀ ਢੇਰ ਟੁੰਡਿਆ, ਲੇਕਿਨ ਅਗਲੀ ਨੇ ਵਿਆਹ ਕਰ ਲਿਆ ਤਕਰੀਬਨ 2-3 ਸਾਲ ਬਾਅਦ। ਜਿਸ ਵੇਲੇ ਘਰ ਵਾਪਸ ਆਈ ਨਾਲ ਇੱਕ ਨਿਆਣਾ ਲਾਇਆ ਤੇ ਘਰ ਤੇ ਕੀ ਕਰ ਸਕਦੇ, ਜ਼ਾਹਰੀ ਗੱਲ ਆ ਧੀ ਹੀ ਉਹਨਾਂ ਦੀ। ਉਹਨਾਂ ਨੇ ਮਜਬੂਰ ਹੋ ਕੇ ਫਿਰ ਉਹਨੂੰ ਰੱਖ ਲਿਆ। ਕਹਿੰਦਾ ਮੇਰਾ ਤੇ ਪਿਆਰ ਜਿਹੜਾ ਵੜ ਗਿਆ ਖੱਡੇ 'ਚ। ਕਹਿੰਦਾ ਮੈਨੂੰ ਤੇ ਕੋਈ ਪਤਾ ਹੀ ਨਾ ਲੱਗਾ ਕਿ ਮੈਂ ਕੀਤਾ ਕੀ ਹੈ। ਕਹਿੰਦਾ ਜੋਸ਼ੀਲਾ ਸਾਂ ਮੈਂ, ਕਹਿੰਦਾ ਢੇਰੀ ਦੇ ਕੰਮ ਵੀ ਕੀਤੇ ਨੇ, ਹਾਲਾਂ ਦੇ ਵੀ ਢੇਰ ਕੰਮ ਕੀਤੇ ਨੇ। ਕਹਿੰਦਾ ਮਜਾਲ ਆ ਮੈਂ ਪਰਤ ਕੇ ਜੇ ਉਹਨਾਂ ਦੇ ਦਰਵਾਜ਼ੇ ਵੱਲ ਮੂੰਹ ਵੀ ਕੀਤਾ। ਕਹਿੰਦਾ ਕਈ ਵਾਰੀ ਉਹਨਾਂ ਮੈਨੂੰ ਕੰਮ ਆਖਿਆ ਮੈਂ ਅੱਗੋਂ ਨਾ ਕਰ ਦਿੱਤੀ ਹੈ, ਮੈਂ ਕੰਮ ਨਹੀਂ ਕੀਤਾ। ਮੈਂ ਕਿਹਾ ਤੁਸੀਂ ਮੇਰੇ ਤੇ ਬਦਨਾਮੀ ਲਾਈ ਹੈ। ਕਹਿੰਦਾ ਹਾਲਾਂਕਿ ਗੱਲ ਬਿਲਕੁਲ ਸੱਚੀ ਸੀ, ਲੇਕਿਨ ਉਹਨਾਂ ਦੀ ਕੁੜੀ ਨੇ ਆਪੂ ਗੰਦਾ ਕੰਮ ਕੀਤਾ ਆ ਤੇ ਜ਼ਾਹਰੀ ਗੱਲ ਹੈ ਉਹਨਾਂ ਤੇ ਹੀ ਆਉਣੀ ਸੀ। ਇਸ ਵਾਸਤੇ ਪਿਆਰ ਜਿਹੜਾ ਬਚਪਨ ਦਾ ਉਹ ਸਲੋਲੀ ਰਹਿਣਾ ਚਾਹੀਦਾ, ਇਤਨਾ ਡਾਢਾ ਨਹੀਂ ਰਹਿਣਾ ਚਾਹੀਦਾ, ਤੁਹਾਨੂੰ ਨੁਕਸਾਨ ਵੀ ਹੋ ਸਕਦਾ। ਬਾਕੀ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸ਼ੇਅਰ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਦੁਆ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।